बहुत सियानप जम का पौ व्यापै। अनेक जतन कार तृष्ण न त्रापै। पेख अनेक अगन नहीं बुझै। कोव दरगा नहीं सिजै। छूट सनाही ऊब पयाल। मोह व्यापै माया जाल। अवर करतूत सगली जम डानै। गोविंद भजन बिन तिल नहीं मानै। हर का नाम जपत दुख नानक बोले सहज सुपाय। हर का नाम जपत दुख जाए। नानक बोले सहज सुपाए। वाहिगुरु जी का खालसा वाहिगुरु जी की फतेह। चवर छतर तख्त दे मालिक मुजस्मा सिफतो सफात रहबरे कुल आलम जगत गुरु श्री गुरु ग्रंथ साहिब जी सतगुरां दी पवित्र मुकद्दस हजूरी विच अमृत वेले दीवाना दियां हाजरियां भर के गुरु सवारे कीर्तनियां दे पासों पावन बाणी आसा दी वार दा कीर्तन सरवण कर रहे गुरु सवारिओ। सतगुरां दी महान कृपा बख्शिश रहमत दे सदका गुरु के चरनां विच जुड़ बैठण दा इस भाग समा सानू सबनां नूं प्राप्त होया है। आओ इस समय दा होर लाहा लईए जिथे पावन बाणी दा कीर्तन आपां सरवण कीता है उत्थे कुछ समा होर रल मिल के पवित्र बाणी श्री सुखमणी साहिब जी दी चल रही लड़ीवार शब्द विचार दे नाल अपनी सुरत नूं जोड़न दा यतन करिए। पावन बाणी दा ये दूसरी अष्टपदी विच चौथा पदा जिसका मूल पाठ आप जी ने सरवण कीता है। आओ इस दे भाव अर्थां नूं समझण तो पहलां सारियां संगतां गुरु चरनां विच सीस झुकाउंदियां होया रसना नूं करो पवित्र सारे ही जपो सतनाम श्री वाहिगुरु। सतनाम श्री वाहिगुरु। विचार अधीन पावन इस शब्द के अंदर सतगुरु गुरु अर्जन साहिब महाराज जी ने परमेश्वर दे नाम दी महिमा
ਬੰਦਗੀ ਕਰਨ ਵਾਲਿਆਂ ਦੀ ਵਡਿਆਈ ਨੂੰ ਪ੍ਰਗਟ ਕੀਤਾ ਹੈ। ਤੇ ਨਾਲ ਇਹ ਵੀ ਜ਼ਿਕਰ ਕਰ ਦਿੱਤਾ ਕਿ ਬੰਦਗੀ ਤੋਂ ਬਗੈਰ ਮਨੁੱਖ ਦਾ ਛੁਟਕਾਰਾ ਹੋ ਨਹੀਂ ਸਕਦਾ, ਭਾਵੇਂ ਉਹ ਆਪਣੇ ਵੱਲੋਂ ਮਾਇਆ ਦੀ ਤ੍ਰਿਸ਼ਨਾ ਦੇ ਵਿੱਚੋਂ ਨਿਕਲਣ ਵਾਸਤੇ ਜਿਤਨੇ ਮਰਜ਼ੀ ਯਤਨ ਕਰੀ ਜਾਏ, ਉਹ ਹੋਰ ਵਧੇਰੇ ਹੀ ਫਸਦਾ ਜਾਏਗਾ, ਬਾਹਰ ਨਹੀਂ ਨਿਕਲ ਸਕਦਾ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਕ ਯਤਨ ਕਰ ਤ੍ਰਿਸ਼ਣ ਨਾ ਧਰਾਪੈ। ਹੁਣ ਹਜ਼ੂਰ ਨੇ ਇੱਥੇ ਜ਼ਿਕਰ ਕੀਤਾ ਹੈ ਸਿਆਣਪ ਦਾ, ਤੇ ਸਿਆਣਪ ਦਾ ਇੱਥੇ ਅਖਰੀ ਅਰਥ ਆਪਾਂ ਕਰਾਂਗੇ ਚਤੁਰਾਈ, ਚਲਾਕੀ। ਕਿਉਂਕਿ ਸਿਆਣਪ ਸਾਧ ਸੰਗਤ ਦੋ ਤਰ੍ਹਾਂ ਦੀ ਹੈ। ਇੱਕ ਸਿਆਣਪ ਜਿਸ ਦੇ ਨਾਲ ਮਨੁੱਖ ਦਾ ਜੀਵਨ ਸੋਹਣਾ ਬਣ ਜਾਂਦਾ, ਜਾਂ ਸੰਸਾਰ ਦੇ ਵਿੱਚ ਆਪਾਂ ਇਉਂ ਕਹਿ ਲਈਏ ਜਿੰਨਾ ਵੀ ਅਸੀਂ ਵਿਕਾਸ ਵੇਖਦੇ ਹਾਂ ਸੰਸਾਰ ਦੇ ਅੰਦਰ, ਉਹ ਸਾਰਾ ਵਿਕਾਸ ਜਿਹੜਾ ਹੈ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਸਿਆਣਪ, ਸੂਝ ਬੂਝ ਸਮਝ ਦੇ ਨਾਲ ਹੋਇਆ। ਤੇ ਜੇਕਰ ਅਸੀਂ ਸੰਸਾਰ ਦੇ ਅੰਦਰ ਜਿੱਥੇ ਵਿਕਾਸ ਦੀ ਗੱਲ ਕੀਤੀ, ਜੇ ਵਿਨਾਸ਼ ਦੀ ਗੱਲ ਕਰਾਂਗੇ ਤੇ ਉਹ ਵਿਨਾਸ਼ ਦੇ ਜਿੰਨੇ ਵੀ ਕੰਮ ਨੇ ਉਹ ਮਨੁੱਖ ਦੀ ਚਤੁਰਾਈ ਦੇ ਵਿੱਚੋਂ ਨਿਕਲੇ ਹੋਏ ਨੇ। ਮਨੁੱਖ ਦੀਆਂ ਬਹੁਤੀਆਂ ਜਿਹੜੀਆਂ ਚਤੁਰਾਈਆਂ ਸਿਆਣਪਾਂ ਜਿਹੜੀਆਂ ਨੇ ਉਹ ਸੰਸਾਰ ਨੂੰ ਵਿਨਾਸ਼ ਵਾਲੇ ਪਾਸੇ ਲੈ ਕੇ ਚਲੀਆਂ ਜਾਂਦੀਆਂ ਨੇ। ਕਿਉਂਕਿ ਸੰਸਾਰ ਦੇ ਅੰਦਰ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਕੋਲ ਨੇ ਕਿ ਇੱਕ ਸਿਆਣਪ ਸੀ ਜਿਸ ਨੇ ਕੰਮ ਸਵਾਰ ਦਿੱਤਾ, ਪਰ ਉਸ ਸਿਆਣਪ ਦੇ ਵਿੱਚੋਂ ਇੱਕ ਚਤੁਰਾਈ ਜਿਹੜੀ ਇੱਕ ਹੋਰ ਸਿਆਣਪ ਪੈਦਾ ਹੋ ਗਈ, ਉਹਨੇ ਸੰਸਾਰ ਨੂੰ ਵਿਨਾਸ਼ ਵਾਲੇ ਪਾਸੇ ਤੋਰ ਦਿੱਤਾ। ਉਦਾਹਰਨ ਦੇ ਲਈ ਅਲਟਰਾਸਾਊਂਡ ਇੱਕ ਐਸੀ ਮਸ਼ੀਨ ਜਿਹੜੀ ਹੈ ਮਨੁੱਖ ਨੇ ਅਕਾਲ ਪੁਰਖ ਪਰਮੇਸ਼ਰ ਵੱਲੋਂ ਬਖਸ਼ੀ ਹੋਈ ਸਿਆਣਪ ਦੇ ਨਾਲ ਤਿਆਰ ਕਰ ਲਈ, ਜਿਹਦੇ ਨਾਲ ਸਰੀਰ ਦੇ ਅੰਦਰ ਜੇ ਕੋਈ ਰੋਗ ਹੈ, ਕੋਈ ਦੁੱਖ ਹੈ, ਤਾਂ ਅਸੀਂ ਉਹਨੂੰ ਡਾਇਗਨੋਜ਼ ਕਰ ਸਕਦੇ ਹਾਂ, ਉਹਦਾ ਪਤਾ ਲਗਾ ਸਕਦੇ ਹਾਂ ਵੀ ਇਹ ਬਿਮਾਰੀ ਜਿਹੜੀ ਸਰੀਰ ਦੇ ਅੰਦਰ ਪੈਦਾ ਹੋ ਰਹੀ ਹੈ। ਮਾਂ ਦੇ ਗਰਭ ਦੇ ਵਿੱਚ ਜਿਹੜਾ ਬੱਚਾ ਆ ਚੁੱਕਾ ਹੈ, ਜਿਹੜਾ ਵਧ ਰਿਹਾ ਹੈ, ਉਹਨੂੰ ਅਸੀਂ ਦੇਖ ਸਕਦੇ ਹਾਂ ਕਿ ਉਹ ਬਿਲਕੁਲ ਠੀਕ ਠਾਕ ਹੈ ਜਾਂ ਨਹੀਂ, ਉਹਦੀ ਧੜਕਣ ਠੀਕ ਚੱਲ ਰਹੀ ਜਾਂ ਨਹੀਂ, ਉਹਦੇ ਸਰੀਰ ਦਾ ਸਹੀ ਵਿਕਾਸ ਹੋ ਰਿਹਾ ਜਾਂ ਨਹੀਂ। ਹੁਣ ਇਹ ਸਾਰਾ ਕੁਝ ਜਿਹੜਾ ਹੈ ਨਾ ਪਰਮੇਸ਼ਰ ਵੱਲੋਂ ਬਖਸ਼ੀ ਹੋਈ ਸਿਆਣਪ, ਸੂਝ ਬੂਝ ਦੇ ਨਾਲ ਮਨੁੱਖ ਨੇ ਕੀਤਾ। ਪਰ ਗੱਲ ਇੱਥੇ ਖਤਮ ਨਹੀਂ ਹੋ ਗਈ। ਇਹ ਤੋਂ ਬਾਅਦ ਅੰਦਰ ਇੱਕ ਚਲਾਕੀ ਪੈਦਾ ਹੋ ਗਈ, ਚਤੁਰਾਈ ਆ ਗਈ ਕਿ ਮੈਂ ਇਹ ਵੀ ਪਤਾ ਕਰ ਸਕਦਾ ਕਿ ਮਾਂ ਦੇ ਉਦਰ ਦੇ ਵਿੱਚ ਜਿਹੜਾ ਬੱਚਾ ਏ ਉਹ ਲੜਕੀ ਹੈ ਜਾਂ ਲੜਕਾ। ਹੁਣ ਇੱਥੇ ਜਿਹੜੀ ਸਿਆਣਪ ਆਈ ਨਾ, ਉਹਨੇ ਸੰਸਾਰ ਨੂੰ ਵਿਨਾਸ਼ ਵਾਲੇ ਪਾਸੇ ਧੱਕ ਦਿੱਤਾ। ਪਤਾ ਲਗਾਉਣ ਵਾਸਤੇ ਕਿ ਲੜਕੀ ਹੈ ਜਾਂ ਲੜਕਾ ਹੈ, ਉਸੇ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹੀ ਬੰਦੇ ਕਰ ਰਹੇ ਨੇ। ਤੇ ਜੇ ਪਤਾ ਲੱਗ ਜਾਵੇ ਕਿ ਲੜਕੀ ਹੈ ਤਾਂ ਕਹਿੰਦੇ ਅਸੀਂ ਆਪਣੇ ਘਰ ਵਿੱਚ ਬੱਚੀ ਨਹੀਂ ਪੈਦਾ ਹੋਣ ਦੇਣੀ, ਇਹਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਵੇ, ਪੈਦਾ ਹੋਣ ਤੋਂ ਪਹਿਲਾਂ ਹੀ। ਤਾਂ ਹੋਇਆ ਕਿ ਇਸ ਚਤੁਰਾਈ ਨੇ ਲੜਕਿਆਂ ਦੇ ਬਰਾਬਰ ਲੜਕੀਆਂ ਦੀ ਗਿਣਤੀ ਬਹੁਤ ਘੱਟ ਕਰ ਦਿੱਤੀ। ਹਾਲਾਂਕਿ ਕੁਦਰਤ ਨੇ ਹਰ ਇੱਕ ਚੀਜ਼ ਨੂੰ ਆਪਣੇ ਆਪ ਬੈਲੈਂਸ ਦੇ ਵਿੱਚ ਰੱਖਿਆ ਹੋਇਆ ਹੈ, ਨਰ ਅਤੇ ਮਾਦਾ, ਇਹ ਗਿਣਤੀ ਕੁਦਰਤ ਨੇ ਬੈਲੈਂਸ ਰੱਖੀ ਹੋਈ ਹੈ। ਪਰ ਅਸੀਂ ਆਪਣੀਆਂ ਸਿਆਣਪਾਂ ਵਰਤ ਕੇ
ਇਹ ਗਿਣਤੀ ਨੂੰ ਘਟਾ ਦਿੱਤਾ। ਲੜਕੀਆਂ ਦੀ ਗਿਣਤੀ ਬਹੁਤ ਘੱਟ ਹੋ ਗਈ ਤੇ ਇੱਥੇ ਵੀ ਇੱਕ ਹੋਰ ਸਿਆਣਪ ਵਰਤੀ, ਇੱਕ ਹੋਰ ਚਤੁਰਾਈ ਵਰਤ ਲਈ ਉਹਨਾਂ ਛਾਤਰ ਲੋਕਾਂ ਨੇ। ਉਹਨਾਂ ਨੇ ਆਖਿਆ ਕਿ ਇਹ ਕੰਮ ਜਿਹੜਾ ਸ਼ਰੇਆਮ ਨਹੀਂ ਕੀਤਾ ਜਾ ਸਕਦਾ, ਇਹ ਕੰਮ ਚੋਰੀ ਹੁੰਦਾ ਹੈ ਤੇ ਮੋਟੀ ਫੀਸ ਵਸੂਲੀ ਜਾਂਦੀ ਹੈ ਇਸ ਗੱਲ ਦੇ ਲਈ। ਤੇ ਉਹਨਾਂ ਨੇ ਆਖਿਆ ਜੇ ਅਸੀਂ ਇਹ ਕਹਿ ਦੇਵਾਂਗੇ ਕਿ ਤੁਹਾਡੇ ਘਰ ਜਿਹੜਾ ਬੱਚਾ ਪੈਦਾ ਹੋਣਾ ਹੈ ਉਹ ਲੜਕੀ ਨਹੀਂ ਲੜਕਾ ਹੈ, ਤਾਂ ਸਾਨੂੰ ਕੇਸ ਨਹੀਂ ਮਿਲੇਗਾ, ਸਾਨੂੰ ਕੋਈ ਮੋਟੀ ਫੀਸ ਨਹੀਂ ਮਿਲਣੀ। ਇਸ ਕਰਕੇ ਚਤੁਰਾਈ ਵਰਤਦਿਆਂ ਹੋਇਆਂ ਭਾਵੇਂ ਲੜਕਾ ਹੀ ਹੋਵੇ ਉਹਨੂੰ ਵੀ ਲੜਕੀ ਬਣਾ ਦਿੱਤਾ ਗਿਆ ਵੀ ਇਹ ਲੜਕਾ ਨਹੀਂ ਹੈ, ਇਹ ਲੜਕੀ ਹੈ, ਇਹਦੀ ਅਬੋਰਸ਼ਨ ਕਰਵਾ ਦਿਓ, ਇਹਨੂੰ ਖਤਮ ਕਰ ਦਿਓ। ਤੋ ਲੜਕੀਆਂ ਹੀ ਨਹੀਂ, ਬਹੁਤ ਸਾਰੇ ਲੜਕਿਆਂ ਦਾ ਵੀ ਕਤਲ ਹੋਇਆ ਕੁੱਖਾਂ ਦੇ ਅੰਦਰ। ਇਹ ਵੀ ਮਨੁੱਖ ਦੀ ਚਤੁਰਾਈ ਕਰਕੇ ਸਾਰਾ ਕੁਝ ਵਾਪਰਿਆ। ਸੰਸਾਰ ਵਿਨਾਸ਼ ਵਾਲੇ ਪਾਸੇ ਜਿਹੜਾ ਹੈ ਤੁਰ ਪਿਆ। ਇਸੇ ਤਰ੍ਹਾਂ ਧਾਰਮਿਕ ਜਗਤ ਦੇ ਅੰਦਰ ਵੀ ਸਤਿਗੁਰੂ ਜੀ ਨੇ ਆਖਿਆ ਮਨ ਨੂੰ ਸੰਬੋਧਨ ਹੋ ਕੇ, ਕਹਿੰਦੇ ਮੇਰੇ ਮਨਾ ਇੱਕ ਗੱਲ ਦਾ ਧਿਆਨ ਕਰ ਲਈ, ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਸਾਡੀ ਕੋਈ ਵੀ ਚਤੁਰਾਈ ਜਿਹੜੀ ਹੈ ਨਾ ਉਹ ਕੰਮ ਨਹੀਂ ਆ ਸਕਦੀ, ਕਿਉਂਕਿ ਸਿਆਣਪਾਂ ਵਾਲੇ ਤੇ ਬਹੁਤ ਲੋਕ ਬੈਠੇ, ਇੱਥੇ ਬੜੇ ਲੋਕ ਸਿਆਣੇ ਬੈਠੇ ਨੇ ਤੇ ਹਜ਼ੂਰ ਦੇ ਆਪਾਂ ਬਚਨ ਰੋਜ਼ ਪੜ੍ਹਦੇ ਹਾਂ। ਕਹਿੰਦੇ ਜੇ ਸਚਿਆਰ ਬਣਨਾ ਹੈ ਤੇ ਸਿਆਣਪਾਂ ਨਾਲ ਨਹੀਂ ਬਣਿਆ ਜਾ ਸਕਦਾ। ਹੁਣ ਜੇ ਕੋਈ ਬੰਦਾ ਦਾਅਵਾ ਕਰੇ ਜੀ ਮੈਂ ਬੜਾ ਸਿਆਣਾ, ਅੱਧਾ ਪਿੰਡ ਮੇਰੀ ਸਲਾਹ ਨਾਲ ਚੱਲ ਰਿਹਾ ਹੈ, ਮੇਰੇ ਕੋਲ ਸਿਆਣਪ ਬੜੀ ਹੈ, ਪੜ੍ਹਾਈ ਬੜੀ ਹੈ, ਨੌਲੇਜ ਬੜੀ ਹੈ, ਤੇ ਮਹਾਰਾਜ ਕਹਿੰਦੇ ਇਹ ਸਾਰੀਆਂ ਸਿਆਣਪਾਂ, ਇਹ ਪੜ੍ਹਾਈਆਂ, ਇਹ ਨੌਲੇਜ, ਇਹ ਸਾਰਾ ਕੁਝ ਵਰਤ ਕੇ ਤੂੰ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਨਹੀਂ ਹੋਵੇਂਗਾ। ਪ੍ਰਵਾਨਗੀ ਤਾਂ ਮਿਲੇਗੀ ਜੇ ਤੂੰ ਹੁਕਮ ਦੇ ਵਿੱਚ ਚੱਲਣਾ ਸਿੱਖ ਲਵੇਂ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤੇ ਆਨੰਦ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮਨ ਨੂੰ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਕਿਨੇ ਨਾ ਪਾਇਆ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮੀਠਾ ਲਾਇਆ, ਕਹੇ ਨਾਨਕ ਸੁਣ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਮੇਰੇ ਮਨਾਂ ਚਤੁਰਾਈਆਂ ਦੇ ਨਾਲ ਪਰਮੇਸ਼ਰ ਨਾਲ ਨਹੀਂ ਬਣ ਆਵੇਗੀ। ਉੱਥੇ ਤਾਂ ਉਹ ਪ੍ਰਵਾਨ ਹੋਏ ਨੇ ਜਿਨ੍ਹਾਂ ਨੇ ਚਤੁਰਾਈਆਂ ਛੱਡ ਕੇ ਨਿਮਾਣੇ ਬਣ ਕੇ ਅਰਦਾਸ ਕੀਤੀ। ਤੇ ਹਜ਼ੂਰ ਦੇ ਬਚਨ ਵੀ ਆਪਾਂ ਪੜ੍ਹਦੇ ਹਾਂ, ਭੋਲੇ ਭਾਏ ਮਿਲੇ ਰਘੁਰਾਇਆ। ਉੱਥੇ ਸਿਆਣਪਾ ਨਹੀਂ, ਉੱਥੇ ਤੇ ਜਦੋਂ ਅਰਦਾਸ ਕਰਿਆ ਕਰ ਇਹ ਬਚਨ ਨਾਲ ਪੜਿਆ ਕਰ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਹੀਂ ਵਿਸਰਿਆ। ਤੇ ਹਜ਼ੂਰ ਕਹਿੰਦੇ ਜਿਹੜੇ ਬਹੁਤੀਆਂ ਸਿਆਣਪਾਂ ਵਰਤਦੇ ਨੇ, ਬਹੁਤੀਆਂ ਚਤੁਰਾਈਆਂ ਵਾਲੇ ਲੋਕ ਸੰਸਾਰ ਦੇ ਵਿੱਚ ਤੇ ਹੋ ਸਕਦਾ ਚੰਦ ਦਿਨਾਂ ਦੇ ਲਈ ਉਹ ਲੋਕਾਂ ਨੂੰ ਵਾਹ-ਵਾਹ ਮਿਲ ਜਾਏ, ਵਡਿਆਈ ਮਿਲੇ, ਪਰ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ, ਪਰਮੇਸ਼ਰ ਦੇ ਘਰ ਪ੍ਰਵਾਨ ਨਹੀਂ। ਜਦੋਂ ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ ਨਾ, ਤੇ ਗੁਰੂ ਰਾਮਦਾਸ ਮਹਾਰਾਜ ਸਤਿਗੁਰਾਂ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਹਨ ਬਾਬਾ ਪਿਰਥੀ ਚੰਦ ਜੀ, ਤੇ ਸਭ ਤੋਂ ਛੋਟੇ ਹਨ
ਗੁਰੂ ਅਰਜਨ ਸਾਹਿਬ ਮਹਾਰਾਜ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਪ੍ਰਿਥੀ ਚੰਦ ਬਹੁਤ ਚਲਾਕ ਬਿਰਤੀ ਵਾਲਾ, ਹਰ ਸਮੇਂ ਕੋਸ਼ਿਸ਼ ਕਰਦਾ ਰਹਿੰਦਾ ਸੀ ਕਿ ਮੈਂ ਹੀ ਅੱਗੇ ਹੋ ਕੇ ਸੇਵਾ ਕਰਾਂ, ਸੰਗਤਾਂ ਦੇ ਵਿੱਚ ਮੇਰਾ ਨਾਮ ਜਿਹੜਾ ਏ ਉਹ ਬਣਿਆ ਰਹੇ, ਸਾਰੇ ਲੋਕ ਇਹੀ ਕਹਿਣ ਕਿ ਲੈ ਵੀ ਪ੍ਰਿਥੀ ਚੰਦ ਤੇ ਬੜੀ ਸੇਵਾ ਕਰ ਰਿਹਾ, ਵਾਹ ਜੀ ਵਾਹ, ਉਹ ਤੇ ਸਭ ਤੋਂ ਮੂਹਰੇ ਹੋ ਕੇ ਸੇਵਾ ਕਰਦਾ, ਉਹ ਤੋਂ ਸਭ ਤੋਂ ਅੱਗੇ ਹੋ ਕੇ ਸੇਵਾ ਕਰਦਾ ਹੈ, ਉਹਨੇ ਤੇ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ ਤੇ ਲਈਆਂ ਹੋਈਆਂ ਨੇ, ਲੋਕਾਂ ਵਿੱਚ ਬੱਲੇ ਬੱਲੇ ਬਣੀ ਰਵੇ। ਤੇ ਇਸੇ ਬੱਲੇ ਬੱਲੇ ਕਰਕੇ ਹੌਲੀ ਹੌਲੀ ਚਲਦਿਆਂ ਚਲਦਿਆਂ ਪ੍ਰਿਥੀ ਚੰਦ ਦੀ ਇਹ ਸੋਚ ਸੀ ਕਿ ਸੰਗਤਾਂ ਦੇ ਵਿੱਚ ਵਾਹ ਵਾਹ ਮੇਰੀ ਬਣੀ ਰਹੇਗੀ ਤੇ ਇੱਕ ਦਿਨ ਕਰਦਿਆਂ ਕਰਦਿਆਂ ਮੈਂ ਗੁਰਗੱਦੀ ਪ੍ਰਾਪਤ ਕਰਾਂਗਾ। ਤੇ ਦੂਜੇ ਪਾਸੇ ਗੁਰੂ ਅਰਜਨ ਸਾਹਿਬ ਮਹਾਰਾਜ, ਉਹਨਾਂ ਨੇ ਕਦੇ ਇਹੋ ਜਿਹੀਆਂ ਚਲਾਕੀਆਂ ਨਹੀਂ ਵਰਤੀਆਂ, ਕਦੇ ਇਹੋ ਜਿਹੀਆਂ ਸਿਆਣਪਾਂ ਨਹੀਂ ਘੋਟੀਆਂ। ਉਹਨਾਂ ਨੇ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਕਮਾਇਆ, ਹੁਕਮ ਨੂੰ ਸੱਤ ਕਰਕੇ ਮੰਨਿਆ। ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇੱਕ ਵੇਰਾ ਹੁਕਮ ਕਰ ਦਿੱਤਾ, ਬਾਬਾ ਪ੍ਰਿਥੀ ਚੰਦ ਨੂੰ ਆਖਿਆ, ਪੁੱਤਰ ਜੀ ਤੁਹਾਡੇ ਤਾਇਆ ਜੀ ਦੇ ਪੁੱਤਰ ਦੇ ਵਿਆਹ ਕਾਰਜ ਨੇ ਲਾਹੌਰ, ਤੇ ਤੁਸੀਂ ਉੱਥੇ ਜਾਓ, ਉਹ ਵਿਆਹ ਤੁਸੀਂ ਜਾ ਕੇ ਅਟੈਂਡ ਕਰਨਾ ਹੈ। ਤੇ ਪ੍ਰਿਥੀ ਚੰਦ ਨੇ ਸਿਆਣਪ ਵਿਖਾਈ, ਕਹਿੰਦਾ ਪਿਤਾ ਜੀ ਜੇ ਮੈਂ ਚਲਿਆ ਗਿਆ ਨਾ ਤੇ ਪਿੱਛੋਂ ਆ ਕਾਰ ਸੇਵਾ ਦਾ ਕੰਮ ਕੌਣ ਦੇਖੇਗਾ? ਕਹਿੰਦੇ ਮੇਰੇ ਤੋਂ ਬਗੈਰ ਇਹ ਕੰਮਕਾਰ ਨਹੀਂ ਚੱਲ ਸਕਦਾ, ਸਾਰਾ ਧਿਆਨ ਮੈਂ ਹੀ ਰੱਖ ਰਿਹਾ। ਤੇ ਮਹਾਰਾਜ ਤੇ ਪਰਚਾ ਪਾਉਣਾ ਚਾਹੁੰਦੇ ਸਨ, ਪ੍ਰੀਖਿਆ ਲੈਣੀ ਚਾਹੁੰਦੇ ਸਨ। ਤੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਹੁਕਮ ਕੀਤਾ, ਉਹਨਾਂ ਨੇ ਬਚਨ ਸੱਤ ਕਰਕੇ ਮੰਨਿਆ। ਹੁਣ ਪ੍ਰਿਥੀ ਚੰਦ ਨੇ ਚਤਰਾਈਆਂ ਵਰਤ ਕੇ ਹੱਦੋਂ ਵੱਧ ਜ਼ੋਰ ਲਾਇਆ ਕਿ ਗੁਰਗੱਦੀ ਮੈਨੂੰ ਮਿਲ ਜਾਏ, ਪਰ ਉਹਦੀਆਂ ਚਲਾਕੀਆਂ ਦੇ ਨਾਲ, ਉਹਦੀਆਂ ਸਿਆਣਪਾਂ ਦੇ ਨਾਲ, ਉਹਦੀਆਂ ਚਤਰਾਈਆਂ ਦੇ ਨਾਲ ਗੁਰੂ ਨਹੀਂ ਭਤੀਜਿਆ, ਗੁਰੂ ਨਹੀਂ ਪ੍ਰਸੰਨ ਹੋਇਆ, ਗੁਰੂ ਨਹੀਂ ਖੁਸ਼ ਹੋਇਆ। ਤੇ ਗੁਰੂ ਦੀ ਖੁਸ਼ੀ ਮਿਲੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ। ਤੇ ਜਦੋਂ ਸਮਾਂ ਆਇਆ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਤਖਤ ਤੇ ਬਿਠਾ ਕੇ ਗੁਰਿਆਈ ਦੀ ਬਖਸ਼ਿਸ਼ ਕੀਤੀ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਚਤਰਾਈਆਂ ਕਰਨ ਵਾਲਾ ਦਾਤ ਤੋਂ ਵਾਂਝਾ ਰਹਿ ਗਿਆ, ਪਰ ਜਿਹਨੇ ਭੋਲੇ ਭਾਵ ਚ ਆ ਕੇ ਗੁਰੂ ਦੇ ਹਰ ਇੱਕ ਹੁਕਮ ਨੂੰ ਸੱਤ ਸੱਤ ਕਰਕੇ ਮੰਨਿਆ, ਉਹਨੂੰ ਇਹ ਵੱਡੀ ਦਾਤ ਪ੍ਰਾਪਤ ਹੋ ਗਈ। ਇਸੇ ਪ੍ਰਕਾਰ ਹਜ਼ੂਰ ਇਸ ਅੱਜ ਦੇ ਵਿਚਾਰ ਅਧੀਨ ਸ਼ਬਦ ਵਿੱਚ ਵੀ ਸਮਝਾਉਂਦੇ ਨੇ, ਮੇਰੇ ਮਨਾ ਜੇ ਤੂੰ ਬਹੁਤ ਸਿਆਣਪ ਕਰ ਲਵੇਂ ਤਾਂ ਵੀ ਜਮਾਂ ਦਾ ਭਾਉ, ਮੌਤ ਦਾ ਡਰ ਅੰਦਰੋਂ ਨਿਕਲ ਨਹੀਂ ਸਕਦਾ। ਜਿੰਨਾ ਮਰਜੀ ਬੰਦਾ ਸਿਆਣਾ ਹੋਵੇ, ਪੜ੍ਹ ਲਿਖ ਜਾਏ, ਆਲਮ ਫਾਜ਼ਲ ਬਣ ਜਾਏ, ਹਜ਼ੂਰ ਕਹਿੰਦੇ ਨੇ ਜਿੰਨੀ ਦੇਰ ਪਰਮੇਸ਼ਰ ਦੇ ਚਰਨਾਂ ਵਿੱਚ ਨਹੀਂ ਜੁੜਦਾ, ਬੰਦਗੀ ਵਿੱਚ ਨਹੀਂ ਜੁੜਦਾ, ਉਹਨੂੰ ਮੌਤ ਦਾ ਭੈ, ਜਮਾਂ ਦਾ ਭੈ ਵਿਆਪਦਾ ਹੀ ਰਹੇਗਾ। ਅਨਕ ਯਤਨ ਕਰ ਤ੍ਰਿਸ਼ਣ ਨਾ ਧਰਾਪੈ। ਧਰਾਪੈ ਦਾ ਅਰਥ ਹੈ ਰੱਜ ਜਾਣਾ, ਅਗਾ ਜਾਣਾ। ਕਹਿੰਦੇ ਅਨੇਕਾਂ ਯਤਨ ਕਰਨ ਦੇ ਨਾਲ, ਕਹਿੰਦੇ ਜਿਹੜੀ ਅੰਦਰ ਤ੍ਰਿਸ਼ਨਾ ਲੱਗੀ ਹੋਈ ਹੈ, ਕਹਿੰਦੇ ਉਹ ਤ੍ਰਿਸ਼ਨਾ ਜਿਹੜੀ ਹੈ ਬੁਝਦੀ ਨਹੀਂ, ਉਸ ਤ੍ਰਿਸ਼ਨਾ ਵੱਲੋਂ ਬੰਦਾ ਰੱਜਦਾ ਨਹੀਂ। ਤੇ ਬਾਣੀ ਦੇ ਅੰਦਰ ਮਹਾਰਾਜ ਨੇ ਫੈਸਲਾ ਕੀਤਾ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ, ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੁਝੀ ਹੈ। ਕਹਿੰਦੇ ਬੰਦਾ ਰੱਜਦਾ ਨਹੀਂ, ਰੱਜ ਨਹੀਂ ਆਉਂਦਾ ਬੰਦੇ ਨੂੰ, ਸਬਰ ਨਹੀਂ ਹੈ ਬੰਦੇ ਦੇ ਕੋਲ, ਬੇਸਬਰਾ ਹੋ ਕੇ ਸੋਚਦਾ ਸਾਰਾ ਕੁਝ ਮੈਨੂੰ ਮਿਲ ਜਾਏ। ਛਕਣ ਵਾਸਤੇ ਸਾਧ ਸੰਗਤ 4-5 ਪ੍ਰਸ਼ਾਦੇ ਹੋਣ ਤੇ ਬੰਦਾ ਰੱਜ ਜਾਂਦਾ ਹੈ,
इस तो वध कोई होर खा लेगा दो चार। पर मनुख जदों इकट्ठा करन लगदा है ते कहंदा सारी दुनिया की दौलत मैनू मिल जाए। करोड़ां लोग भुख दे करके मर जाते ने, प्रशादा नहीं मिलता। करोड़ां लोग नंगे तुरे फिरदे ने, कईयां दे पैरां विच पाउण वास्ते जोड़ा नहीं है, कईयां कोल तन ढकण वास्ते कपड़ा नहीं है, कईयां नूं सिर ढकण वास्ते छत नहीं मिलती। पर एक पासे तृष्णा दे मारे होए लोभी लोग वो सोचते ने जे लखां लोग भुखे मरदे मर जाण, लखां लोग बेघर हुंदे हो जाण, लखां लोकां नूं सिर ढकण नूं छत भावें ना मिले, पर साडे महलां दे अंदर साडे बाथरूम जिहड़े ने वो भी सोने दे बने होण, साडे खाना खाण वाले बर्तन भी सोने दे होण, साडे कोल गड्डियां भी सोने दियां होण, साडे कोल घुम्मण वास्ते अपने जहाज होण। इन्नी ज़्यादा तृष्णा दे मारे लोग हज़ारां लखां लोकां नूं बेघर करके, लखां लोकां दे मूँह विचों रजक खो के अपना ढिड भर लेना चाहुंदे ने। ते सतगुरु कहंदे भाई सज्जनो एक गल दा ध्यान रखियो, ये तृष्णा दी अग जिहड़ी है ना फिर भी नहीं बुझनी, क्योंकि अग दा सुभाव है, अग दे उपर बालन पाईए तेल घ्यो पाई जाइए ते अग होर मची जाती है। जे सचमुच अग नूं बुझाउणा है ते अग दे उपर तेल पाउण दी कोशिश ना करो, बालन सुट्टण दी कोशिश ना करो। जे सचमुच अग नूं बुझाउणा चाहुंदे आ ते पानी लभो, पानी पाया अग बुझ सकती है। इसे प्रकार जे सचमुच असीं चाहुंदे असीं रज जाइए, तृप्त हो जाइए, ते उहदे वास्ते की करिए? गुरु दे चरनां दे नाल जुड़िए। गुरु कृपा करके तृष्णा दी अग नूं बुझा दिंदा है। तृष्णा अगन प्रभ आप बुझाई, नानक उधरे प्रभ शरनाई। पिछले साल लॉकडाउन लग्या सी जदों, उस लॉकडाउन दौरान कई परिवार ऐसे सन जिन्हां कोल रोजी रोटी का कोई वसीला ना रहा। घरां विच बैठे रोटी तो यातर सन। गुरसिख वीरां ने दसवंध इकट्ठा करके, माया इकट्ठी करके, पदार्थ लिया के तैयार करके लोगों के घरों घरी पहुँचाए। बहुत वड्डियां सेवावां होईयां। ते एक बिरध माता अपने घर विच कल्ली बैठी है, ਉਹਦੇ ਕੋਲ गुरसिख वीर पहुंचे ने राशन पानी लैके, ते मां नूं कहंदे भी आ लै ला मां, लॉकडाउन लग्या होया, कोई घरों बाहर नहीं निकल सकदा, ते आ प्रशादा पानी छक के तू तैयार कर लई, छक लई। कहंदे उस माता ने अंदर जाके ना रसोई दे विच अपने डब्बियां दे विच पीपियां विच आटा वेख्या, होर राशन पानी वेख के आके मना कर दिता। कहंदी भी मैनूं नहीं चाहीदा। कहंदे क्यों? कहंदे मेरे कोल अजे 2-3-4 दिनां दा राशन पानी हैगा है, आटा भी हैगा है, होर समगरी भी हैगी है, जदों मुक गया लोड़ पई ते फिर आपे लै लवांगी, अजे मैनूं राशन दी लोड़ नहीं। इहो जे लोग भी हैगे ने जिन्हां दे अंदर सबर है, ते इहो जे बेसबरे भी हैगे ने जिन्हां ने वेख्या कि राशन वंडी जांदे ने, भावें घरे बहुत ढेर लगे पे ने, पहला कहंदे होर इकट्ठा कर लो, मिली जांदा फ्री दा इकट्ठा करी जाओ। कई इहो जे भी हैगे ने जिन्हां अंदर सबर नां दी चीज़ नहीं है, कहंदे इकट्ठा कर लो। ते बेसबरे लोग जिहड़े ने वो इकट्ठा करन विच ही लगे रहिंदे ने। तृष्णा दी अग नहीं बुझदी, इकट्ठा करदियां करदियां संसार तो कूच कर जांदे ने। इकट्ठा करदियां करदे तृष्णा दी अग नहीं बुझदी। महाराज कहंदे ने भेख अनेक अगन नहीं बुझै। ते जिस मनुख दे अंदर तृष्णा दी अग लगी हुई है, वो जिन्ने मर्जी भेख बना लवे, ये अग बुझदी नहीं।
ਹੁਣ ਕਈ ਬੰਦੇ ਨਾ बड़े भेख बनाउंदे ने, पहला कोई होर काम कार करते सी, हुण होर शुरू कर लिया, होर कर लिया, होर कर लिया, कारोबारां विच सफलता ना मिली, कहिंदे हुण की करिए जी, घर बार जिहड़ा है वो तज दईए, ते कोई भगवा भेस बना के कहिंदा जोगी बन जावां, कोई कहिंदा मैं पहाड़ां ते जाके बह जावां। महाराज ने वेखिया, कहते भावें इन्हां ने बड़े भेख बना लए ने, पर अजे भी अंदर तृष्णा की अग उवें मची जाती है, उवें अजे भी अंदर तृष्णा वाली बिरती है, अजे अंदर माया की जिहड़ी है अग उवें लगी हुई है। उवें बड़ी प्यारी गाथा है, कहते दो साधु रस्ते दे विच लंघे ते आपस विच मिले, मिल के हाल चाल पुछदे ने। हाल चाल पुछण तो बाद दोनों दे विच बहसबाजी शुरू हो गई। हुण बहसबाजी जदों शुरू हुई, तकरार वध गया, हथों पाई तक पहुंच गया, काम लड़न वास्ते तैयार हो गए। एक तीजा बंदा कोल खड़ा सारा कुछ देख रहा है, वो कहंदा भलिओ तुसीं क्यों लड़दे हो, तुसीं वंडना कुछ, किहड़ी गल दी लड़ाई है तुहाडी। वो दोवें साधु कहन लगे जी साडी लड़ाई ये है कि ये कहंदा मैं वड्डा हाँ ते मैं कह रहा जी मैं वड्डा, इस गल दी लड़ाई है साडी। वो तीसरा बंदा कहन लगा भलिओ दुनियादार तां वेखे ने लड़दे होए, दुनियादार वेखे ने कोई किसे कोल धन बहुता, वो कहंदा मैं वड्डा, किसी कोल धन घट है उन्होंने छोटा कह देंदे ने भी बंदा छोटा है। कहंदे पर साधु किवें नापदे ने, साधुआं नूं मिलण दा की पैमाना है कि वड्डा कौन है छोटा कौन है। उन्हां विचों एक बोलिया, कहंदा जी इहनूं पहलां पुछो इहने जप तप किन्ना कीता है, इहनूं पहलां पुछो इहने त्याग किन्ना कीता है, त्याग्या की है। वो कहंदे दस बई तू की त्यागया। वो कहंदा जी मैं त्यागना की सी, मेरे कोल है ही कुछ नहीं सी, ते मैं तां साधु बन गया, कुछ भी कोल नहीं सी, भगवे बस्तर पा के साधु बन गया, खा के मंग के खा के गुजारा करदा। वो कहंदा अच्छा, कहंदे तू दस बई तू साधु किवें बनिया, तू की त्यागया। कहंदा जी मैं 30 करोड़ रुपया त्याग के ते फिर साधु बनिया, मैं त्याग किया है, ये नालों तां वड्डा हाँ मैं 30 करोड़ का त्यागी हाँ। तो तीसरा जिहड़ा बंदा सी इन्हां दीयां गल्लां सुनन वाला, उस गुरमुख ने फैसला कर दिता, कहंदा भलिया तू त्यागया कुछ भी नहीं, पहला ये गुमान होएगा, ये मान तेरे अंदर होएगा कि मैं 30 करोड़ रुपए का मालक हाँ, अज ये हौमे की पंड सिर ते चुकी फिरदा कि मैं 30 करोड़ का त्यागी हाँ, मैं बहुत वड्डा हाँ, बहुत वड्डा साधु है, मैं एडा वड्डा त्याग कीता। मैं कहंदे त्याग्या कुछ नहीं, 30 करोड़ की गिणती ते उवें बरकरार है, उवें ही ते तेरे अंदर ये भी भुख है, ये भी तृष्णा कि लोग मैनू वड्डा वड्डा कहण। कहंदे भेख ते साधुआं वाला बना लिया, पर अंदर निमरता नहीं है, अंदर सबर नहीं है, कहंदे त्याग्या कुछ भी नहीं। ते इसे करके गुरु तेग बहादुर साहब महाराज कहंदे साधो मन का मान त्यागो, साधुआं नूं कह रहे ने काम क्रोध संगत दुर्जन की ताते अहनस भागो। कबीर साहब कहंदे ने कबीर माया तजी तो क्या भया, जो मान तजिया नहीं जाए, मान मुनि मुनवर गले, मान सबे को खाए। ये भी एक माया का रूप है कि बंदा माया तज के माया नूं छड्ड के भी नहीं छड्डदा, अंदर हंकार हौमे उन्नी ही है। ते महाराज कहंदे बड़े भेख बनाए, पर तृष्णा जिहड़ी है ना, ये अग जिहड़ी माया दी लगी हुई सी, ये बुझ नहीं सकी।
कोट उपाव दरगाह नहीं सजै। कहते बड़े उपाय कीते, सजे दा अर्थ है कामयाब होना। कहते बहुत ज्यादा उपाय कीते पर दरगाह दे विच पहुंचण विच कामयाब नहीं हो सके। इत्थे दरगाह विच पहुंचण तो भाव है सुरत करके परमेश्वर दे चरनां नाल जुड़े रहना। सुरत करके कहते सुरत ते तृष्णा दे विच लगी हुई, सुरत विच ते माया जिहड़ी है वो घुम रही है, सुरत पदार्थां विच है। सुरत इस गल विच है कि लोग मैनूं वड्डा वड्डा कहण, लोग मैनूं चंगा कहण, भावें बाहरी तौर ते कोई धार्मिक पहरावा पा के अखां बंद करके चौंकड़ा मार के बैठा होया, लोग कहंदे ने भी बहुत भगती है, इन्ने इन्ने घंटे चौंकड़ा नहीं खोलदा, इन्ना इन्ना जप तप करदा है। पर सच जानियो असल दे अंदर एक अंदर भुख है कि लोग मेरे बारे इहो जी चर्चा करन, मेरी ये चर्चा आम लोकां विच फैल जाए, आम लोकां दे विच। ते कोई भी बंदा जप तप करन तो पहला ये ऐलान करवा दिंदा सी कि फलाणे महापुरुष जिहड़े ने उन्हां ने हुण इन्ने दिन जप तप शुरू करना है, इन्ने दिन बंदगी विच बैठना है, इन्ने दिन खाना पीना कुछ नहीं, इन्ने दिन भुखे रह के जप करना है, पहला ऐलान करवा देना। अज भी इसे तरह चलता है। बड़े ऐसे स्थान बनाए लोगों ने, कहणगे जी साडे महापुरुषां ने हुण 40 दिन भोरे विच वड़ के बिना कुछ खाद्या पीत्या जप तप शुरू करना है संसार दे भले लई। पहला ये ऐलान करा दिता जाता है, पहला बड़ा धड़ल्ले नाल प्रचार करवाया जाता है ताकि लोगों में बल्ले बल्ले बनी रहे। असल दे अंदर ये सारा कुछ तां ही कीता जाता है कि लोगों में अपना प्रभाव बना सकी, वाह वाह करवा सकी। सारी जिहड़ी भुख है वो वाह वाह दी है, बल्ले बल्ले दी है। ते गुरु नानक साहब महाराज जदों सियालकोट की धरती ते पहुँचते ने, इत्थे एक पीर हमजा गाउस जिहड़ा एक मठ दे विच बैठा होया चलीहा कट रहा, जप तप कर रहा। इहदे बाहर लोग जिहड़े ने वो खड़े हुए ने वेखण वास्ते कि अज बाहर निकलेगा ते दर्शन करांगे। ते कई लोगों को डर भी बनया होया कि चलीहा तां कट रहे ने कि सारा सियालकोट शहर इन्होंने गर्क कर देना है। अंदर बैठे ने बाहर एक बंदा ढोल जिहड़ा है वो वजा रहा है, ते ढोल वजाउण वाला पूरा ताण ला के ढोल वजाउंदा है, ते सुनने वाले लोग जिहड़े ने सारे वाह वाह कर रहे ने। ते सतगुरु पातशाह जी जदों पहुंचे ने, भाई मरदाना जी दे नाल महाराज दी विचार हुई। भाई मरदाना जी कहन लगे महाराज सच्ची मुच्ची ये अंदर वड़ के बैठा शकदा कुछ नहीं। महाराज कहंदे शकदा क्यों नहीं, ये वडियाई खा रहा अपनी, लोग कहंदी वाह वाह कर रहे ने, वो वडियाई दी खुराक खा रहा है। ते सतगुरु पातशाह जी कहन लगे जिहड़ा ढोल वजाउण वाला ढोली है ना, इनू कहो भी ढोल बंद कर देवे। उन्हें ढोल बंद कर दिता। जिहड़े लोग खड़े हुए सन आसे पासे, महाराज कहंदे जाओ भी तुसीं भी अपने अपने घरां नूं जाओ, अपना काम कार करो। सतगुरु पातशाह भी एक बन्ने बह के रबी इबादत में जुड़ जाते ने। ते इस पीर ने की वेखिया कि ढोल भी बंद हो गया, कोई नेड़े तेड़े बंदा भी नज़र नहीं आ रहा, बाहरला शोर शराबा सारा बंद हो गया। ते पीर जिहड़ा इनू खुराक जिहड़ी मिल रही सी लोकां दी वाह वाह दी वडियाई दी बंद हो गई। कुछ समय बाद ही बाहर निकल आया, वेख्या कोई भी नहीं है, गश खा के जमीन ते डिग पिया। ते लोग कहंदे जी ये की वापरिया, ये गश खा के जमीन ते क्यों डिग्या।
सतगुरु कहन लगे जे लोग इहदी बल्ले बल्ले वाह वाह वडियाई करी जांदे, इहनूं खुराक मिलती रहनी सी, कुछ भी नहीं सी होना। वो खुराक इहनूं मिलनी बंद हो गई है, इस करके ये हुण गश खा के जमीन ते डिग पिया। हजूर सच्चे पातशाह ने आख्या संसार दे अंदर बड़े लोग ने जेड़े वाह वाह विच फस जांदे ने, जतन बड़े करते ने कि परमेश्वर दे नाल सुरत जुड़ जाए, दरगाह विच सुरत जुड़े, पर कहंदे कोट पाव दरगाह नहीं सिजे, कहंदे पहुँच नहीं सकते, जतन सफल नहीं हुंदे, क्योंकि तृष्णा दे विच फसे रहिंदे ने। छूट सनाही ऊब प्याल, कहंदे तृष्णा दी अग जिहड़ी है ना बहुत भयानक है, ਇਹਦੇ ਤੋਂ ਕੋਈ बच नहीं सकिया। भावें कोई बहुत उच्चा उड़ जाए ते भावें कोई प्याल कहंदे ने जमीन दे विच बहुत डूंगा टोआ पुट के कोई बह जाए, पताल दे विच चलिया जाए। ऊब कहंदे भावें कोई आकाश विच पहुंच जाए, कहंदे इस तृष्णा दी अग तो कोई विरला ही बचदा है। मोह व्यापै माया जाल, कहंदे मोह दे विच फसे होए नूं होर ज़्यादा बंधन पैंदे रहिंदे ने, होर ज़्यादा। ते ये गल भी पक्की है कि जिवें जिवें मनुख दी उम्र वधदी जांदी है, तिवें तिवें मनुख ज़्यादा बंधनां विच फस जांदा है। जिम्मेवारियां इन्नियां ज़्यादियां सिर ते पै गईयां, बंधन इन्ने ज़्यादा कि ਉਹਦਾ ध्यान अंतरमुखी हुंदा ही नहीं है, ਉਹਦਾ ध्यान बाहरमुखी हो जाता है। जिवें जिवें ज़्यादा कारोबार प्रॉपर्टी वध गई, बिजनेस वध गया, परिवार वड्डा हो गया, त्यों त्यों ध्यान होर ज़्यादा बाहरमुखी हो जाएगा, ध्यान अंदरमुखी नहीं हुंदा। ते कई वेरा फिर बंदा सोचता है कि मैं कोई वड्डा रुतबा लै लवां, वड्डा अहुदा लै लवां, ते फिर जदों बहुत वड्डा रुतबा बहुत वड्डा अहुदा बंदा प्राप्त कर लैंदा, फिर ते बिल्कुल ही ध्यान बाहर मुखी हो जाता, अंतर आत्मे बंदा टिक ही नहीं सकता। ते बड़ी प्यारी तुसी गाथा सुनी होवेगी, कुलह देंदे बावले लैंदे वड्डे नलज, चूहा खड़ ना मावई तिक्कल बन्नै छज। कहंदे चूहे सन ते जदों उन्हां इकट्ठे होके मीटिंग कीती ना, ते एक चूहा कहन लगा जी तुसी मैनूं प्रधान बनाओ, मैं तुहाडे सारियां नालों वडेरी उम्र दा सियाणा, तुसी मैनूं प्रधानगी दे दिओ ते मैं तुहानूं सुचेत करदा रवांगा समय समय ते भी बिल्ली ने कदों आउणा है जां बिल्ली दा डट के मुकाबला आपां किवें करना है, तुहानूं सचेत करदा रवांगा समय समय ते मैनूं प्रधान बना दिओ। वो कहंदे जी बना देने आ। हुण प्रधान बना तां कहंदे भी मेरी कोई वखरी पहचान होनी चाहिदी है, पता लगे कि प्रधान जी आ रहे ने, की करिए। वो कहंदे जी तुहाडी पूछ दे नाल आपां छज बन देने आ, जदों तुसीं आओगे तो पता लगेगा कि प्रधान जी आ रहे ने। वो कहंदा जी ठीक है। हुण चूहे की पूछ नाल छज बन दिता, वो जदों तुरदा फिरदा छज पिछे लोग जेडे बाकी चूहे ने पता लग जाता भी प्रधान जी आ रहे ने। कहंदे एक दिन बिल्ली आ गई ते बिल्ली तो डरदे मारे सारे चूहे खुड विच वड़ गए भज के, ते जेडे प्रधान जी दे पिछे छज बन्निया होया सी प्रधानगी वाला, वो भी खुड विच वड़न लगा, पर छज जेड़ा चौड़ा सी अड़ गया, ਉਹਦੇ ਕੋਲ खुड विच वड़िया ना जाए। ते कहंदा भी सारे भज लो बिल्ली आ गई है। वो कहंदे प्रधान जी तुसीं भी आ जाओ अंदर, खुड विच वड़ जाइए, बच जावांगे बिल्ली तो। वो कहंदे की करां, मैं भी खुड विच वड़ना चाहुंदा, पर प्रधानगी वाला छज जिहड़ा पिछे बन्निया होया ये खुड विच वड़न नहीं दिंदा, इस करके बड़ा काम औखा हो गया। ये प्रधानगी वाला छज मैनूं खुड विच नहीं वड़न दिंदा, ते साध संगत प्रधानगी वाले छज दे करके वो चूहा बिल्ली का शिकार हो गया, बिल्ली फड़ के ले गई।
हुणे सतगुरु ने दृष्टांत दिता बाणी दे अंदर, जिवें चूहा खुड विच नहीं वड़ सकदा, प्रधानगी दा छज पिछे बन्निया, इसे तरह मनुख दा ध्यान फिर अंतरमुखी नहीं हुंदा। बंदा अंतर आत्मे टिक नहीं सकदा। वो अपनी प्रधानगी बचाउण वास्ते कई तरह दे पापड़ वेलदा रहिंदा, जतन करदा रहिंदा है। ते सतगुरु कहंदे जिवें चूहा फिर खुड विच नहीं वड़ सकदा, पिछे छज बन्निया होवे, इसे तरह बंदे दा ध्यान फिर अंतर आत्मे टिक नहीं सकदा, उहदा ध्यान बाहर मुखी रहिंदा है। ते महाराज इत्थे कहंदे ने मोह विच फसे नूं कहंदे माया दे जाल होर पई जांदे ने, होर ज़्यादा बंदा फसदा ही जांदा है। अवर करतूत सगली जम डानै, गोविंद भजन बिन तिल नहीं मानै। कहंदे गोविंद दी भगती तो बिना होर किसी चीज़ दी तिल मात्र भी कीमत नहीं पैनी। बंदा जिन्नियां मर्जी सियाणपां चतराइयां वरत के जो कुछ मर्जी करदा रहे, कहंदे ओह ते सारे ਉਹਦੇ ਨਿਸਫਲ ਚਲੇ ਜਾਣਗੇ ਤੇ ਜਮਾਂ ਦਾ ਡੰਨ ਜਿਹੜਾ ਹੈ, ਸਜ਼ਾ ਜਿਹੜੀ ਉਹਨੂੰ ਮਿਲੇਗੀ, ਸਹਿਣੀ ਪਵੇਗੀ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਤੇ ਗੁਰੂ ਨਾਨਕ ਸਾਹਿਬ ਪੰਜਵੇਂ ਸਰੂਪ ਦੇ ਅੰਦਰ ਇੱਥੇ ਕਿਰਪਾ ਕਰ ਰਹੇ ਨੇ। ਕਹਿੰਦੇ ਹੈ ਭਾਈ, हरि दा नाम जपिया ही तृष्णा दी अग बुझ सकती है। हरि दे नाम दे विच जुड़िया ही अंदर जिहड़ा है ठंड वरतेगी, विकारां दी लगी हुई अग बुझेगी। मानसिक तौर ते कई तरह दे लगे हुए दुख रोग जिहड़े ने वो ठीक हो जाणगे। जां इउं कह लईए संसार ते आउणा सफल हो जाएगा, लेखे विच पै जाएगा। जाको आए सोई बिहाजो, हर गुर ते मने बसेरा। निज घर महल पावो सुख सहजे, बौर ना होएगो फेरा। ये अवस्था तां ही बनेगी जेड़े सहज सुभाए वैगुरू नूं सिमरदे ने, सियाणपां चतराइयां छड्ड के परमेश्वर दा नाम जपदे ने। ते जिन्हां दे अंदर इच्छा कोई नहीं है, क्योंकि उन्होंने समझ आ जाती है जिस वैगुरू नूं सिमरदे हाँ वो सारियां इच्छावां आपे पूरियां कर देगा। ਉਹਦੇ अगे बहुता बोलना झख मारन वाली गल है। कहंदे वो फिर परमेश्वर की याद विच जुड़े ने, ते जुड़न दे करके उन्हां दे जिथे सारे दुख दूर हो गए ने, उत्थे तृष्णा की अग बुझ जाती है। वो अंतर आत्म